ਕਹਾਣੀ ਸ਼ੁਰੂ ਹੁੰਦੀ ਏ ਚਨਾਬ ਦੇ ਕੰਢੇ ਵਸਦੇ ਪਿੰਡ ਤਖਤ ਹਜ਼ਾਰਾ ਤੋਂ, ਜਿੱਥੇ ਮੌਜੂ ਚੌਧਰੀ ਨਾਮ ਦੇ ਜ਼ਿਮੀਂਦਾਰ ਦੇ 8 ਪੁੱਤ ਸੀਗੇ। ਉਹਨਾਂ 'ਚੋਂ ਸਭ ਤੋਂ ਛੋਟਾ ਤੇ ਪਿਆਰਾ ਰਾਂਝਾ ਸੀ, ਜੋ ਸਾਰਾ ਦਿਨ ਵੰਜਲੀ ਵਜਾਉਂਦਾ ਤੇ ਖਿਆਲਾਂ 'ਚ ਖੋਇਆ ਰਹਿੰਦਾ। ਰਾਂਝਾ ਆਪਣੇ ਬਾਪੂ ਦਾ ਸਭ ਤੋਂ ਲਾਡਲਾ ਮੁੰਡਾ ਸੀ, ਇਸੇ ਲਈ ਉਹਦੇ ਭਰਾ ਉਹਦੇ ਤੋਂ ਬਹੁਤ ਖਾਰ ਖਾਂਦੇ ਸੀ। ਰਾਂਝੇ 'ਤੇ ਮੁਸੀਬਤਾਂ ਦਾ ਪਹਾੜ ਉਦੋਂ ਟੁੱਟਿਆ ਜਦੋਂ ਮੌਜੂ ਚੌਧਰੀ ਗੁਜ਼ਰ ਗਿਆ ਤੇ ਉਹਦੇ ਭਰਾਵਾਂ ਨੇ ਲਾਲਚ ਦੇ ਵਿੱਚ ਰਾਂਝੇ ਦੇ ਹਿੱਸੇ ਬੰਜਰ ਜ਼ਮੀਨ ਵੰਡ ਦਿੱਤੀ ਤੇ ਉਹਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰਤਾ। ਭਰਾਵਾਂ ਦਾ ਉਹਦੇ ਵੱਲ ਇਹ ਵਿਹਾਰ ਵੇਖ ਕੇ ਰਾਂਝੇ ਨੇ ਅਣਖ 'ਚ ਆ ਕੇ ਆਪਣੀ ਵੰਜਲੀ ਚੱਕੀ ਅਤੇ ਆਪਣਾ ਪਿੰਡ ਤਖਤ ਹਜ਼ਾਰਾ ਛੱਡਤਾ। ਘੁੰਮਦਾ ਫਿਰਦਾ ਰਾਂਝਾ ਜਿੱਥੇ ਜਾਂਦਾ ਆਪਣੀ ਵੰਜਲੀ ਦੇ ਸੁਰ ਨਾਲ ਲੋਕਾਂ ਨੂੰ ਮਦਹੋਸ਼ ਕਰਦਾ ਰਹਿੰਦਾ। ਇੱਕ ਦਿਨ ਅੱਥਣ ਵੇਲੇ ਉਹ ਚਨਾਬ ਦੇ ਕੰਢੇ ਪਹੁੰਚਿਆ, ਜਿੱਥੇ ਉਹਨੂੰ ਲੁੱਡਨ ਮਿਲਿਆ, ਜਿਹਨੂੰ ਰਾਂਝੇ ਨੇ ਗੁਜ਼ਾਰਿਸ਼ ਕੀਤੀ ਕਿ ਉਹ ਆਪਣੀ ਕਿਸ਼ਤੀ 'ਚ ਉਹਨੂੰ ਚਨਾਬ ਦੇ ਦੂਜੇ ਕੰਢੇ ਛੱਡ ਆਵੇ। ਲੁੱਡਨ ਦੇ ਹਾੜੇ ਕੱਢ ਕੇ ਰਾਂਝਾ ਅੱਕ ਕੇ ਕੋਨੇ 'ਚ ਜਾ ਕੇ ਬੈਠਾ ਤੇ ਵੰਜਲੀ 'ਤੇ ਵਿਛੋੜੇ ਦਾ ਰਾਗ ਵਜਾਉਣ ਲੱਗਿਆ। ਆਪਣੇ ਹੀ ਸੰਗੀਤ ਦੀ ਧੁਨ 'ਚ ਮਗਨ ਹੋ ਕੇ ਰਾਂਝਾ ਨਦੀ 'ਚ ਉਤਰ ਗਿਆ। ਇਹ ਵੇਖ ਕੇ ਉੱਥੋਂ ਦੇ ਲੋਕਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਹਨੂੰ ਨਦੀ ਤੋਂ ਵਾਪਸ ਲਿਆ ਕੇ ਨੇੜੇ ਵਾਲੀ ਕਿਸ਼ਤੀ 'ਚ ਲੱਗੇ ਪਲੰਘ 'ਤੇ ਬਿਠਾਤਾ। ਰਾਂਝੇ ਦੇ ਪੁੱਛਣ 'ਤੇ ਲੁੱਡਨ ਨੇ ਉਹਨੂੰ ਦੱਸਿਆ ਕਿ ਉਹ ਕਿਸ਼ਤੀ ਮੀਰ ਚੂਚਕ ਦੀ ਬੇਟੀ ਹੀਰ ਦੀ ਸੀ। ਲੁੱਡਨ ਰਾਂਝੇ ਨੂੰ ਹੀਰ ਦੀਆਂ ਸਿਫਤਾਂ ਕਰਦੇ ਹੋਏ ਦੱਸਦਾ ਹੈ ਕਿ ਇਹ ਉਹ ਹੀਰ ਸੀ ਜਿਹਦਾ ਚੰਨ ਤੋਂ ਸੋਹਣਾ ਨੂਰ ਪਰੀਆਂ ਨੂੰ ਵੀ ਮਾਤ ਪਾਉਂਦਾ ਸੀ। ਉਹਦੇ ਹੁਸਨ ਦੇ ਚਰਚੇ ਆਲੇ ਦੁਆਲੇ ਸਾਰੇ ਪਿੰਡਾਂ 'ਚ ਸੀ ਤੇ ਉਹਦੀ ਇੱਕ ਦੀਦ ਨੂੰ ਲੋਕੀ ਤਰਸਦੇ ਹੁੰਦੇ ਸੀ। ਇਸ ਦੌਰਾਨ ਹੀਰ ਆਪਣੀ ਸਹੇਲੀਆਂ ਨੂੰ ਲੈ ਕੇ ਉਸੇ ਕਿਨਾਰੇ 'ਤੇ ਪਹੁੰਚਦੀ ਹੈ ਤੇ ਰਾਂਝੇ ਨੂੰ ਉਸਦੇ ਪਲੰਘ 'ਤੇ ਵੇਖ ਕੇ ਭੜਕ ਜਾਂਦੀ ਹੈ। ਉਹ ਲੁੱਡਨ ਨੂੰ ਗੁੱਸੇ 'ਚ ਆਵਾ ਤਾਵਾ ਬੋਲਦੀ ਹੈ ਤੇ ਰਾਂਝੇ ਨੂੰ ਜਲੀਲ ਕਰਦੀ ਹੈ ਤੇ ਰਾਂਝੇ ਨੂੰ ਉਸਦੇ ਬਿਸਤਰੇ ਤੋਂ ਉੱਠਣ ਦੀ ਧਮਕੀ ਦਿੰਦੀ ਹੈ। ਇਹ ਗੱਲ ਸੁਣਦਿਆਂ ਰਾਂਝਾ ਹੀਰ ਵੱਲ ਮੁੜਦਾ ਹੈ ਤੇ ਉਸਦੇ ਚਿਹਰੇ ਦੀ ਮਾਸੂਮੀਅਤ ਅਤੇ ਨੂਰਾਨੀ ਝਲਕ ਵੇਖ ਕੇ ਹੀਰ ਆਪਣਾ ਸਾਰਾ ਗੁੱਸਾ ਭੁੱਲ ਜਾਂਦੀ ਹੈ। ਮੰਤਰ ਮੁਗਧ ਹੋਈ ਹੀਰ ਰਾਂਝੇ ਦੇ ਨਾਲ ਜਾ ਕੇ ਬੈਠ ਜਾਂਦੀ ਹੈ ਅਤੇ ਉਹ ਇੱਕ ਦੂਜੇ ਦੀ ਸ਼ਖਸੀਅਤ ਨਾਲ ਰੂਬਰੂ ਹੋਣ ਲੱਗਦੇ ਨੇ। ਰਾਂਝੇ ਨੂੰ ਆਪਣੀ ਅੱਖਾਂ ਦੇ ਸਾਹਮਣੇ ਰੱਖਣ ਦੇ ਲਾਲਚ ਵਿੱਚ ਹੀਰ ਉਸਨੂੰ ਆਪਣੇ ਘਰੇ ਮੱਝਾਂ ਸਾਂਭਣ ਦੇ ਕੰਮ 'ਤੇ ਲਗਵਾ ਦਿੰਦੀ ਹੈ। ਰਾਂਝੇ ਨੂੰ ਪਹਿਲੀ ਵਾਰ ਵੇਖ ਕੇ ਹੀ ਮੀਰ ਚੂਚਕ ਨੂੰ ਅੰਦਾਜ਼ਾ ਲੱਗ ਗਿਆ ਸੀ ਕਿ ਇਹ ਕੋਈ ਚਰਵਾਹਾ ਬਤੀਤ ਨਹੀਂ ਹੁੰਦਾ, ਪਰ ਧੀ 'ਤੇ ਵਿਸ਼ਵਾਸ ਰੱਖ ਰਾਂਝੇ ਨੂੰ ਮਨਜ਼ੂਰੀ ਦੇ ਦਿੱਤੀ। ਰਾਂਝਾ ਰੋਜ਼ ਜੰਗਲ ਵਿੱਚ ਮੱਝੀਆਂ ਚਰਾਉਣ ਜਾਂਦਾ ਅਤੇ ਹੀਰ ਰੋਜ਼ ਉਸ ਲਈ ਦੇਸੀ ਘਿਓ ਦੀ ਚੂਰੀ ਲੈ ਕੇ ਜਾਂਦੀ ਸੀ। ਪਰ ਇਸ ਗੱਲ ਦੀ ਭਣਕ ਹੀਰ ਦੇ ਚਾਚੇ ਕੈਦੂ ਨੂੰ ਲੱਗ ਗਈ। ਮੀਰ ਚੂਚਕ ਨੂੰ ਹੀਰ ਦੀਆਂ ਕਰਤੂਤਾਂ ਦੱਸਣ ਤੋਂ ਪਹਿਲਾਂ ਉਹ ਹੀਰ ਅਤੇ ਰਾਂਝੇ ਨੂੰ ਇਕੱਠੇ ਫੜਨਾ ਚਾਹੁੰਦਾ ਸੀ। ਉਹਨਾਂ ਨੂੰ ਰੰਗੇ ਹੱਥ ਫੜਨ ਦੀਆਂ ਕਾਫੀ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਉਹ ਇੱਕ ਜੁਗਤ ਬਣਾਉਂਦਾ ਹੈ ਤੇ ਭਿਖਾਰੀ ਦੇ ਭੇਸ ਵਿੱਚ ਰਾਂਝੇ ਨੂੰ ਮਿਲਣ ਜਾਂਦਾ ਹੈ। ਦਿਆਲੂ ਹੋਇਆ ਰਾਂਝਾ ਭਿਖਾਰੀ ਨੂੰ ਵੇਖ ਕੇ ਹੀਰ ਦੀ ਬਣਾਈ ਹੋਈ ਅੱਧੀ ਚੂਰੀ ਉਸਨੂੰ ਦੇ ਦਿੰਦਾ ਹੈ। ਇਸ ਚੂਰੀ ਨੂੰ ਸਬੂਤ ਦੇ ਤੌਰ 'ਤੇ ਪਿੰਡ ਵਿੱਚ ਲੈ ਜਾ ਕੇ ਕੈਦੂ ਸਾਰਿਆਂ ਮੂਹਰੇ ਹੀਰ ਰਾਂਝੇ ਦੀ ਅਸਲੀਅਤ ਦਾ ਢਿੰਡੋਰਾ ਪਿੱਟ ਦਿੰਦਾ ਹੈ। ਕੈਦੂ ਦੀ ਫਰਿਆਦ ਉਪਰੰਤ ਪਿੰਡ ਦੇ ਬਜ਼ੁਰਗ ਚੂਚਕ ਕੋਲ ਜਾ ਕੇ ਇਸ ਗੱਲ ਦੀ ਚੁਗਲੀ ਕਰਾਉਂਦੇ ਨੇ। ਆਪਣੇ ਖਾਨਦਾਨ ਦੀ ਇੱਜ਼ਤ ਬਚਾਉਣ ਦੇ ਲਈ ਚੂਚਕ ਰਾਂਝੇ ਨੂੰ ਨੌਕਰੀ ਤੋਂ ਕੱਢ ਦਿੰਦਾ ਹੈ। ਇਹ ਗੱਲ ਸੁਣਦੇ ਹੀ ਰਾਂਝਾ ਭੜਕ ਜਾਂਦਾ ਹੈ ਤੇ ਚੂਚਕ ਨੂੰ ਮਿਹਣਾ ਮਾਰਦਾ ਹੈ ਕਿ ਉਸਨੂੰ 12 ਸਾਲ ਵਫਾਦਾਰੀ ਨਾਲ ਮੱਝੀਆਂ ਚਰਾਉਣ ਦਾ ਇਹ ਸਿਲਾ ਦਿੱਤਾ ਜਾ ਰਿਹਾ ਹੈ। ਪਿੰਡ ਵਾਲੇ ਰਾਂਝੇ ਨੂੰ ਬਿਨਾਂ ਤਨਖਾਹ ਦੇ ਕੱਢੇ ਜਾਣ ਦੇ ਫੈਸਲੇ ਦੀ ਘੋਰ ਨਿੰਦਾ ਕਰਦੇ ਨੇ, ਜਿਸ ਉਪਰੰਤ ਚੂਚਕ ਰਾਂਝੇ ਨੂੰ ਕੰਮ 'ਤੇ ਵਾਪਸ ਬੁਲਾਉਣ ਲਈ ਮਜਬੂਰ ਹੋ ਜਾਂਦਾ ਹੈ। ਇਸ ਦੌਰਾਨ ਕੈਦੂ ਹੀਰ ਦੀ ਮਾਂ ਮਲਕੀ ਨੂੰ ਆਪਣੇ ਬਹਿਕਾਵੇ ਵਿੱਚ ਲਿਆ ਕੇ ਹੀਰ ਦਾ ਵਿਆਹ ਛੇਤੀ ਤੋਂ ਛੇਤੀ ਕਰਨ ਲਈ ਮਨਾਉਂਦਾ ਹੈ, ਜਿਸ ਕਰਕੇ ਉਹ ਹੀਰ ਨੂੰ ਕਾਜ਼ੀ ਕੋਲ ਲੈ ਕੇ ਜਾਂਦੇ ਨੇ।
ਕਾਜ਼ੀ ਮਲਕੀ ਨੂੰ ਹੀਰ ਨੂੰ ਖੇੜਿਆਂ ਦੇ ਘਰੇ ਵਿਆਹੁਣ ਦੀ ਸਲਾਹ ਦਿੰਦਾ ਹੈ। ਇਹ ਸੁਣ ਕੇ ਹੀਰ ਆਪਣੇ ਘਰਦਿਆਂ ਨੂੰ ਵਿਆਹ ਕਰਾਉਣ ਤੋਂ ਸਖਤ ਇਨਕਾਰ ਕਰ ਦਿੰਦੀ ਹੈ ਅਤੇ ਰਾਂਝੇ ਦੇ ਪਿਆਰ 'ਚ ਹੀ ਆਪਣੀ ਜ਼ਿੰਦਗੀ ਬਤੀਤ ਕਰਨ ਦਾ ਫੈਸਲਾ ਸੁਣਾਉਂਦੀ ਹੈ। ਮਲਕੀ ਤੇ ਚੂਚਕ ਦੇ ਮਨਾ ਕਰਨ ਦੇ ਬਾਵਜੂਦ ਵੀ ਹੀਰ ਰਾਂਝੇ ਨੂੰ ਲੁਕ ਕੇ ਮਿਲਣ ਜਾਂਦੀ ਸੀ, ਜਿਸ ਦੀ ਭਣਕ ਲੱਗਣ ਤੇ ਕੈਦੂ ਨੇ ਇੱਕ ਵਾਰ ਫਿਰ ਤੋਂ ਪਿੰਡ ਵਾਲਿਆਂ 'ਚ ਰੌਲਾ ਪਾ ਦਿੱਤਾ। ਇਸ ਤੋਂ ਗੁੱਸਾਈ ਹੀਰ ਆਪਣੀ ਸਹੇਲੀਆਂ ਨਾਲ ਰਲ ਕੇ ਕੈਦੂ ਦੇ ਘਰ ਤੋੜ ਭੰਨ ਕਰਕੇ ਉੱਥੇ ਅੱਗ ਲਾ ਦਿੰਦੀਆਂ ਨੇ। ਜਲੀਲ ਹੋਣ ਤੋਂ ਬਾਅਦ ਵੀ ਕੈਦੂ ਆਪਣੀ ਕਰਤੂਤਾਂ ਤੋਂ ਬਾਜ਼ ਨਾ ਆਇਆ ਅਤੇ ਉਹ ਠਾਣ ਲੈਂਦਾ ਹੈ ਕਿ ਉਹ ਇੱਕ ਦਿਨ ਹੀਰ ਦੇ ਮਾਪਿਆਂ ਅੱਗੇ ਹੀਰ ਰਾਂਝੇ ਦੀ ਸੱਚਾਈ ਲੈ ਕੇ ਹੀ ਆਏਗਾ। ਕੈਦੂ ਦੌੜ ਕੇ ਚੂਚਕ ਕੋਲ ਜਾਂਦਾ ਹੈ ਤੇ ਉਹਨੂੰ ਦੱਸਦਾ ਹੈ ਕਿ ਕਿਵੇਂ ਹੀਰ ਤੇ ਰਾਂਝਾ ਇਕੱਲੇ ਮਿਲ ਰਹੇ ਸਨ। ਅੱਗ ਬਬੂਲਾ ਹੋਇਆ ਚੂਚਕ ਹੱਥ 'ਚ ਭਾਲਾ ਚੱਕਦਾ ਹੈ ਅਤੇ ਘੋੜੇ ਤੇ ਜੰਗਲ ਵੱਲ ਨੂੰ ਰਵਾਨਾ ਹੋ ਜਾਂਦਾ ਹੈ। ਘੋੜੇ ਨੂੰ ਆਉਂਦਾ ਸੁਣ ਹੀਰ ਡਰ ਜਾਂਦੀ ਹੈ ਅਤੇ ਰਾਂਝੇ ਨੂੰ ਉੱਥੋਂ ਜਾਣ ਲਈ ਕਹਿੰਦੀ ਹੈ। ਇਸ ਤੋਂ ਪਹਿਲਾਂ ਰਾਂਝਾ ਕੁਝ ਕਹਿੰਦਾ, ਚੂਚਕ ਉੱਥੇ ਪਹੁੰਚਦਾ ਤੇ ਦੋਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੈ। ਹੀਰ ਆਪਣੇ ਬਾਪ ਦੇ ਤਰਲੇ ਕੱਢਦੇ ਹੋਏ ਕਹਿੰਦੀ ਹੈ ਕਿ ਉਹ ਦੁਬਾਰਾ ਰਾਂਝੇ ਨੂੰ ਕਦੇ ਨਹੀਂ ਮਿਲੇਗੀ। ਚੂਚਕ ਵੀ ਫੈਸਲਾ ਕਰ ਲੈਂਦਾ ਹੈ ਕਿ ਹੁਣ ਛੇਤੀ ਹੀ ਹੀਰ ਦੀ ਡੋਲੀ ਖੇੜਿਆਂ ਦੇ ਘਰੇ ਤੋੜ ਦਿੱਤੀ ਜਾਵੇਗੀ। ਸੈਦੇ ਨਾਲ ਵਿਆਹ ਦੀ ਖਬਰ ਸੁਣ ਕੇ ਹੀਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਉਹ ਰਾਂਝੇ ਕੋਲ ਜਾ ਕੇ ਉਸਨੂੰ ਦੱਸਦੀ ਹੈ ਕਿ ਉਹਨਾਂ ਕੋਲ ਭੱਜਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਰਹਿ ਗਿਆ। ਇਸ ਗੱਲ ਨੂੰ ਰਾਂਝਾ ਨਕਾਰਦੇ ਹੋਏ ਕਹਿੰਦਾ ਹੈ ਕਿ ਸੱਚਾ ਪਿਆਰ ਧੋਖਾਧੜੀ ਨਾਲ ਪਾਰ ਨਹੀਂ ਹੁੰਦਾ। ਨਿਰਾਸ਼ ਹੋਈ ਹੀਰ ਆਪਣੀ ਕਿਸਮਤ ਨਾਲ ਸਮਝੌਤਾ ਕਰਦੇ ਹੋਏ ਵਿਆਹ ਵਾਲਾ ਜੋੜਾ ਪਾ ਕੇ ਤਿਆਰ ਹੋ ਜਾਂਦੀ ਹੈ। ਜਿੱਥੇ ਇੱਕ ਪਾਸੇ ਹੀਰ ਮਜਬੂਰੀ ਦੇ ਵਿੱਚ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰ ਰਹੀ ਸੀ, ਉੱਥੇ ਹੀ ਰਾਂਝਾ ਉਸਨੂੰ ਵੇਖ ਕੇ ਬਿਰਹਾ ਦੇ ਗਮ ਵਿੱਚ ਡੁੱਬਦਾ ਜਾ ਰਿਹਾ ਸੀ। ਕਾਜ਼ੀ ਵੱਲੋਂ ਕੀਤੀ ਜ਼ੋਰ ਅਜ਼ਮਾਇਸ਼ ਦੇ ਬਾਵਜੂਦ ਵੀ ਹੀਰ ਨੇ ਵਿਆਹ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਉਸਦੇ ਘਰਦਿਆਂ ਨੇ ਚਲਾਕੀ ਵਰਤ ਕੇ ਉਹਦੀ ਡੋਲੀ ਤੋੜ ਦਿੱਤੀ। ਵਿਆਹ ਤੋਂ ਬਾਅਦ ਜਦੋਂ ਇੱਕ ਪਾਸੇ ਖੇੜੇ ਸ਼ਿਕਾਰ ਖੇਡ ਕੇ ਜਸ਼ਨ ਮਨਾਉਂਦੇ ਨੇ, ਉੱਥੇ ਦੂਜੇ ਪਾਸੇ ਰਾਂਝਾ ਹੀਰ ਨੂੰ ਮਿਲਦਾ ਹੈ ਤਾਂ ਉਹ ਕਹਿੰਦੀ ਹੈ ਕਿ ਖੁਦਾ ਆਪਣੇ ਪਿਆਰ ਦਾ ਗਵਾਹ ਹੈ ਅਤੇ ਇਹ ਦੁਨਿਆਵੀ ਰਿਸ਼ਤੇ ਆਪਣੇ ਰੂਹਾਨੀ ਮੇਲ ਨੂੰ ਤੋੜ ਨਹੀਂ ਸਕਦੇ, ਜਿਸ ਕਰਕੇ ਰਾਂਝੇ ਨੇ ਫਕੀਰਾਂ ਦਾ ਲਿਬਾਸ ਧਾਰ ਕੇ ਹੀਰ ਨੂੰ ਮਿਲਦੇ ਰਹਿਣ ਦਾ ਵਾਅਦਾ ਕੀਤਾ। ਸਹੁਰੇ ਪਹੁੰਚ ਕੇ ਹੀਰ ਵਿਆਹ ਅਤੇ ਪਤਨੀ ਦੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਨਕਾਰ ਕਰ ਦਿੰਦੀ ਹੈ। ਰਾਂਝੇ ਦੀ ਉਡੀਕ 'ਚ ਬੈਠੀ ਹੀਰ ਨੇ ਖਾਣਾ ਪੀਣਾ ਛੱਡ ਦਿੱਤਾ ਸੀ ਅਤੇ ਉਹ ਸਾਦੇ ਚਿੱਟੇ ਕੱਪੜਿਆਂ ਵਿੱਚ ਰਹਿੰਦੀ ਸੀ। ਰਾਂਝੇ ਦੇ ਯਾਦ ਵਿੱਚ ਮਰਨ ਕਿਨਾਰੇ ਆਈ ਹੀਰ ਕਿਸੇ ਵੀ ਤਰ੍ਹਾਂ ਆਪਣਾ ਸੁਨੇਹਾ ਜੰਗਲਾਂ 'ਚ ਫਕੀਰ ਬੰਨੇ ਰਾਂਝੇ ਤੱਕ ਪਹੁੰਚਾਉਂਦੀ ਹੈ ਕਿ ਜੇ ਉਹ ਹੁਣ ਹੀਰ ਨੂੰ ਮਿਲਣ ਨਾ ਆਇਆ ਤਾਂ ਉਹ ਨਿਰਾਸ਼ ਹੋ ਕੇ ਆਪਣੀ ਸਾਹ ਤਿਆਗ ਦੇਵੇਗੀ। ਇਸ ਉਪਰੰਤ ਰਾਂਝਾ ਜੋਗੀ ਬਣ ਕੇ ਹੀਰ ਨੂੰ ਜਲਦ ਤੋਂ ਜਲਦ ਮਿਲਣ ਦਾ ਫੈਸਲਾ ਕਰਦਾ ਹੈ। ਹੀਰ ਨਾਲ ਮਿਲਾਪ ਦੀ ਆਸ ਲੈ ਕੇ ਰਾਂਝਾ ਜੋਗੀ ਬਾਲਨਾਥ ਦੇ ਟਿੱਲੇ ਵੱਲ ਤੁਰ ਪੈਂਦਾ ਹੈ ਅਤੇ ਉਸ ਨੂੰ ਆਪਣਾ ਚੇਲਾ ਬਣਾਉਣ ਦੀ ਫਰਿਆਦ ਕਰਦਾ ਹੈ। ਬਾਲਨਾਥ ਰਾਂਝੇ ਨੂੰ ਸਮਝਾਉਂਦਾ ਹੈ ਕਿ ਜੋਗੀ ਬਣਨ ਦਾ ਰਾਹ ਸੌਖਾ ਨਹੀਂ ਹੈ ਅਤੇ ਇਹ ਉਹਦੇ ਵਰਗੇ ਨੌਜਵਾਨ ਸਰਦਾਰਾਂ ਦੇ ਵੱਸ ਦੀ ਗੱਲ ਨਹੀਂ ਹੈ। ਬਾਲਨਾਥ ਦੇ ਅਸਹਿਯੋਗੀ ਵਰਤਾਵ ਦੇ ਬਾਵਜੂਦ ਵੀ ਰਾਂਝਾ ਆਪਣੀ ਮੰਗ ਤੇ ਡਟਿਆ ਰਿਹਾ ਤੇ ਉਹਦੀ ਸਾਰੀ ਸ਼ਰਤਾਂ ਮੰਨਣ ਨੂੰ ਰਾਜ਼ੀ ਹੋ ਗਿਆ। ਕਾਫੀ ਚਿਰ ਟਿੱਲੇ ਤੇ ਭਗਤੀ ਕਰਨ ਤੇ ਰਾਂਝਾ ਫਕੀਰੀ ਦੇ ਸਾਰੇ ਗੁਣ ਸਿੱਖ ਜਾਂਦਾ ਹੈ ਅਤੇ ਜੋਗੀ ਰੂਪ ਧਾਰਨ ਕਰਕੇ ਕੰਨ ਮੁਨਵਾ ਲੈਂਦਾ ਹੈ। ਜੋਗ ਮਿਲਣ ਤੋਂ ਬਾਅਦ ਰਾਂਝਾ ਬਾਲਨਾਥ ਅੱਗੇ ਆਪਣੇ ਅਸਲ ਇਰਾਦਿਆਂ ਦਾ ਖੁਲਾਸਾ ਕਰਦਾ ਹੈ ਤੇ ਹੀਰ ਦੇ ਮੋਹ ਤੋਂ ਮੁਕਤ ਹੋਣ ਤੋਂ ਇਨਕਾਰ ਕਰਦਾ ਹੈ। ਰਾਂਝੇ ਦੀ ਸਥਿਤੀ ਸਮਝਣ ਤੋਂ ਬਾਅਦ ਗੁਰੂ ਤੇ ਪੰਜੇ ਪੀਰ ਉਸ ਲਈ ਇਹ ਮੰਨ ਕੇ ਅਰਦਾਸ ਕਰਦੇ ਨੇ ਕਿ ਰਾਂਝਾ ਇਸ਼ਕ ਨੂੰ ਰੱਬ ਮੰਨ ਚੁੱਕਿਆ ਹੈ। ਜੋਗੀ ਬਣ ਕੇ ਰਾਂਝਾ ਹੀਰ ਨੂੰ ਮਿਲਣ ਦੀ ਆਸ ਲੈ ਕੇ ਰੰਗਪੁਰ ਪਹੁੰਚਦਾ ਹੈ। ਰਾਂਝੇ ਦੀ ਨੂਰਾਨੀ ਚਿਹਰਾ ਵੇਖ ਕੇ ਪਿੰਡ ਵਾਲੇ ਪ੍ਰਭਾਵਿਤ ਹੋ ਜਾਂਦੇ ਨੇ। ਸੈਦੇ ਦੀ ਭੈਣ ਸੈਤੀ ਕੋਲੋਂ ਹੀਰ ਨੂੰ ਇਹ ਖਬਰ ਮਿਲਦੀ ਹੈ ਕਿ ਪਿੰਡ ਵਿੱਚ ਇੱਕ ਬਹੁਤ ਹੀ ਸੋਹਣਾ ਜੋਗੀ ਫਿਰ ਰਿਹਾ ਹੈ, ਜਿਸ ਨੇ ਕੰਨ ਪੜਵਾਏ ਹੋਏ ਨੇ ਅਤੇ ਸਭ ਨੂੰ ਅਸੀਸਾਂ ਦੇ ਰਿਹਾ ਹੈ।
ਇਹ ਸੁਣ ਕੇ ਹੀਰ ਦੇ ਮਨ ਵਿੱਚ ਭਣਕ ਪੈਂਦੀ ਹੈ ਕਿ ਇਹ ਰਾਂਝਾ ਹੋ ਸਕਦਾ ਹੈ। ਦਰ-ਦਰ ਭਟਕਦਾ ਹੋਇਆ ਰਾਂਝਾ ਜਦੋਂ ਹੀਰ ਦੇ ਵਿਹੜੇ ਪਹੁੰਚਦਾ ਹੈ ਤਾਂ ਸੇਤੀ ਉਹਨੂੰ ਘਰ ਦੇ ਅੰਦਰ ਬੁਲਾਉਂਦੀ ਹੈ ਤੇ ਹੀਰ ਦੀ ਚੰਗੀ ਸਿਹਤ ਲਈ ਦੁਆ ਮੰਗਦੀ ਹੈ। ਜੋਗੀ ਦੀ ਪਹਿਲੀ ਝਲਕ ਤੇ ਹੀ ਹੀਰ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਇਹ ਹੋਰ ਕੋਈ ਨਹੀਂ ਬਲਕਿ ਰਾਂਝਾ ਹੀ ਹੈ। ਹੀਰ ਤੇ ਜੋਗੀ ਨੂੰ ਆਪਣੇ ਦੁੱਖ ਦਰਦ ਸਾਂਝੇ ਕਰਦੇ ਵੇਖ ਕੇ ਸੇਤੀ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਹੀਰ ਤੇ ਇਲਜ਼ਾਮ ਲਾਉਂਦੀ ਹੈ ਕਿ ਉਹ ਕਿਸੇ ਪਰਾਏ ਨਾਲ ਇੰਨਾ ਮੋਹ ਕਿਵੇਂ ਕਰ ਸਕਦੀ ਹੈ, ਜਦਕਿ ਉਹਦੇ ਭਰਾ ਨਾਲ ਉਹ ਦੋ ਬੋਲ ਵੀ ਨਹੀਂ ਬੋਲਦੀ। ਹੀਰ ਤੇ ਰਾਂਝੇ ਦੀ ਵਧਦੀ ਨਜ਼ਦੀਕੀ ਵੇਖ ਕੇ ਉਹ ਜੋਗੀ ਤੇ ਭੜਕ ਜਾਂਦੀ ਹੈ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੰਦੀ ਹੈ। ਇਸ ਵਾਕਿਏ ਤੋਂ ਬਾਅਦ ਹੀਰ ਸੇਤੀ ਨੂੰ ਆਪਣੀ ਦੁਵਿਧਾ ਸਮਝਾਉਂਦੀ ਹੈ ਅਤੇ ਉਹਨੂੰ ਆਪਣੇ ਤੇ ਰਾਂਝੇ ਦੇ ਸੱਚੇ ਪਿਆਰ ਬਾਰੇ ਦੱਸਦੀ ਹੈ। ਸੇਤੀ ਆਪਣੀ ਥਾਂ ਤੇ ਹੀਰ ਨੂੰ ਦੇਖਦੀ ਹੈ ਤੇ ਉਸ ਦਾ ਦਰਦ ਮਹਿਸੂਸ ਕਰਦੇ ਹੋਏ ਉਹਦੀ ਸਹਾਇਤਾ ਕਰਨ ਲਈ ਤਿਆਰ ਹੋ ਜਾਂਦੀ। ਸੇਤੀ ਤੇ ਹੀਰ ਮਿਲ ਕੇ ਰਾਂਝੇ ਨੂੰ ਮਿਲਣ ਵਾਸਤੇ ਇੱਕ ਯੋਜਨਾ ਬਣਾਉਂਦੀਆਂ ਹਨ ਤੇ ਸੈਰ ਦੇ ਬਹਾਨੇ ਘਰੋਂ ਖੇਤ ਵੱਲ ਨੂੰ ਨਿਕਲਦੀਆਂ ਹਨ। ਖੇਤ 'ਚ ਹੀਰ ਦੇ ਪੈਰ ਤੇ ਕੰਡਾ ਚੁਵਾ ਕੇ ਉਹ ਦਰਸਾਉਂਦੀਆਂ ਹਨ ਕਿ ਉਹਨੂੰ ਸੱਪ ਲੜ ਗਿਆ ਤੇ ਉਹਨੂੰ ਛੇਤੀ ਘਰੇ ਇਲਾਜ ਲਈ ਲੈ ਜਾਂਦੀਆਂ ਹਨ। ਸੇਤੀ ਜੋਗੀ ਦੀ ਹਿਮਾਇਤ ਕਰਦੇ ਹੋਏ ਸੇਦੂ ਨੂੰ ਕਹਿੰਦੀ ਹੈ ਕਿ ਇਸ ਸ਼ਹਿਰ ਦਾ ਤੋੜ ਕਿਸੇ ਆਮ ਹਕੀਮ ਕੋਲੋਂ ਨਹੀਂ ਬਲਕਿ ਕਾਲਬਾਗ ਵਿੱਚ ਰਹਿੰਦੇ ਇੱਕ ਜੋਗੀ ਦੀ ਵੰਜਲੀ ਦੇ ਮੰਤਰਾਂ ਵਿੱਚ ਹੀ ਹੈ। ਹੀਰ ਦੇ ਘਰ ਦੇ ਰਾਂਝੇ ਜੋਗੀ ਕੋਲ ਜਾ ਕੇ ਉਹਨੂੰ ਬੇਨਤੀ ਕਰਦੇ ਹਨ ਕਿ ਉਹ ਉਹਨਾਂ ਦੇ ਘਰੇ ਆ ਕੇ ਹੀਰ ਦਾ ਇਲਾਜ ਕਰ ਦੇਵੇ। ਰਾਂਝਾ ਅੱਗੋਂ ਖੇੜਿਆਂ ਮੂਹਰੇ ਇਹ ਫਰਮਾਇਸ਼ ਰੱਖਦਾ ਹੈ ਕਿ ਉਹ ਹੀਰ ਦਾ ਇਲਾਜ ਇੱਕ ਵੱਖਰੀ ਕੁਟੀਆ ਵਿੱਚ ਕਰੇਗਾ ਜਿਸ ਦੇ ਵਿੱਚ ਸੇਤੀ ਨੂੰ ਆਉਣ ਦੀ ਇਜਾਜ਼ਤ ਹੋਊਗੀ। ਮੌਕਾ ਵੇਖ ਕੇ ਇੱਕ ਰਾਤ ਨੂੰ ਸੇਤੀ ਰਾਂਝੇ ਅੱਗੇ ਮੁਰਾਦ ਤੇ ਉਸ ਨੂੰ ਇੱਕ ਕਰਨ ਦੀ ਫਰਿਆਦ ਰੱਖਦੀ ਹੈ, ਜਿਸ ਦੇ ਜਵਾਬ ਵਿੱਚ ਰਾਂਝਾ ਆਪਣੀ ਜੋਗ ਦੀਆਂ ਸ਼ਕਤੀਆਂ ਦਾ ਇਸਤੇਮਾਲ ਕਰਕੇ ਮੁਰਾਦ ਨੂੰ ਸੇਤੀ ਦੇ ਸਾਹਮਣੇ ਹਾਜ਼ਰ ਕਰ ਦਿੰਦਾ। ਇਸ ਉਪਰੰਤ ਦੋਹੇ ਜੋੜੇ ਚੌਕੀਦਾਰ ਨੂੰ ਚਕਮਾ ਦੇ ਕੇ ਰੰਗਪੁਰ 'ਚੋਂ ਫਰਾਰ ਹੋ ਜਾਂਦੇ। ਅਗਲੀ ਹੀ ਸਵੇਰ ਜਦੋਂ ਖੇੜਿਆਂ ਨੂੰ ਸਭ ਪਤਾ ਚੱਲਦਾ ਹੈ ਤਾਂ ਉਹ ਗੁੱਸੇ 'ਚ ਅੱਗ ਬਬੂਲਾ ਹੋ ਜਾਂਦੇ ਨੇ। ਉਹ ਬਿਨਾਂ ਕੁਝ ਸਮਾਂ ਗਵਾਏ ਆਪਣੀਆਂ ਫੌਜਾਂ ਲੈ ਕੇ ਹੀਰ ਤੇ ਰਾਂਝੇ ਪਿੱਛੇ ਉਹਨਾਂ ਨੂੰ ਫੜਨ ਵਾਸਤੇ ਤੁਰ ਪੈਂਦੇ ਨੇ। ਕੁਝ ਕੁ ਦੂਰ ਜਾ ਕੇ ਉਹਨਾਂ ਨੂੰ ਹੀਰ ਤੇ ਰਾਂਝੇ ਸੁੱਤੇ ਪਏ ਮਿਲਦੇ ਨੇ, ਜਿਸ ਮਗਰੋਂ ਉਹ ਹੀਰ ਨੂੰ ਵਾਪਸ ਲੈ ਜਾਂਦੇ ਨੇ ਤੇ ਰਾਂਝੇ ਨੂੰ ਬੁਰੀ ਤਰ੍ਹਾਂ ਕੁੱਟਦੇ ਨੇ। ਹੀਰ ਤੋਂ ਰਾਂਝੇ ਦਾ ਦਰਦ ਵੇਖਿਆ ਨਾ ਜਾਣ ਤੇ ਉਹ ਰਾਂਝੇ ਨੂੰ ਰਾਜਾ ਅਡਾਲੀ ਮੂਹਰੇ ਜਾਣ ਦੀ ਦਲੀਲ ਦਿੰਦੀ ਹੈ। ਦਰਦ ਵਿੱਚ ਚੀਕਾਂ ਮਾਰਦੇ ਹੋਏ ਰਾਂਝੇ ਨੂੰ ਵੇਖ ਹਮਦਰਦ ਹੋਇਆ ਰਾਜਾ ਦਰਬਾਰ ਵਿੱਚ ਖੇੜਿਆਂ ਨੂੰ ਸੱਦਣ ਦਾ ਹੁਕਮ ਦੇਣ ਤੇ ਮਜਬੂਰ ਹੋ ਜਾਂਦਾ। ਦਰਬਾਰ 'ਚ ਖੜੇ ਹੀਰ ਤੇ ਰਾਂਝਾ ਆਪਣੇ ਪਿਆਰ ਦੀ ਤਾਕਤ ਦਾ ਇਸ ਤਰ੍ਹਾਂ ਸਬੂਤ ਦਿੰਦੇ ਨੇ ਕਿ ਉਹਨਾਂ ਦੀ ਬਦਦੁਆਵਾਂ ਰਾਜੇ ਦੇ ਸ਼ਹਿਰ ਵਿੱਚ ਅੱਗ ਦਾ ਤੂਫਾਨ ਲਿਆਉਂਦੀਆਂ। ਸੱਚੇ ਪਿਆਰ ਦਾ ਇਹ ਉਦਾਹਰਨ ਵੇਖ ਕੇ ਰਾਜਾ ਫੈਸਲਾ ਕਰਦਾ ਹੈ ਕਿ ਹੀਰ ਨੂੰ ਰਾਂਝੇ ਨਾਲ, ਜੋ ਕਿ ਉਹਦਾ ਰੂਹਾਨੀ ਸਾਥੀ ਹੈ, ਤੋਰ ਦਿੱਤਾ ਜਾਵੇ। ਸਾਰੀ ਸਮੱਸਿਆਵਾਂ ਪਿੱਛੇ ਛੱਡ ਰਾਂਝਾ ਤੇ ਹੀਰ ਰਾਜੇ ਦੇ ਦਰਬਾਰ ਤੋਂ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਲੈ ਕੇ ਨਿਕਲਦੇ ਨੇ। ਰਾਜ ਉਹਨਾਂ ਨੂੰ ਕੁਝ ਚਰਵਾਹੇ ਵੇਖ ਲੈਂਦੇ ਨੇ ਤੇ ਇਹ ਖਬਰ ਉਹ ਹੀਰ ਦੇ ਪੇਕੇ ਸਿਆਲਕੋਟ ਪਹੁੰਚਵਾ ਦਿੰਦੇ। ਇਹ ਗੱਲ ਸੁਣਦਿਆਂ ਚੂਚਕ ਦਿਲ ਤੇ ਪੱਥਰ ਰੱਖਦਾ ਹੋਇਆ ਹੀਰ ਤੇ ਰਾਂਝੇ ਦੀ ਜੋੜੀ ਨੂੰ ਅਪਣਾ ਲੈਂਦਾ ਹੈ ਤੇ ਰਾਂਝੇ ਨੂੰ ਆਪਣੇ ਪਿੰਡ ਤਖਤ ਹਜ਼ਾਰੇ ਤੋਂ ਬਰਾਤ ਲੈ ਕੇ ਆਉਣ ਲਈ ਆਖਦਾ ਹੈ। ਇਸ ਗੱਲ ਦੀ ਚਾਹ ਵਿੱਚ ਆਇਆ ਰਾਂਝਾ ਖੁਸ਼ੀ-ਖੁਸ਼ੀ ਹੀਰ ਨੂੰ ਸਿਆਲਕੋਟ ਭੇਜ ਦਿੰਦਾ ਹੈ ਤੇ ਆਪ ਆਪਣੇ ਪਿੰਡ ਵਿਆਹ ਦੀ ਤਿਆਰੀ ਲਈ ਰਵਾਨਾ ਹੋ ਜਾਂਦਾ ਹੈ। ਰਾਂਝੇ ਦੀ ਇਸ ਖੁਸ਼ੀ ਵਿੱਚ ਉਹਦੇ ਭਰਾ ਤੇ ਭਾਬੀ ਵੀ ਸ਼ਾਮਿਲ ਹੋ ਜਾਂਦੇ। ਇਹ ਖੁਸ਼ੀ ਦੀ ਘੜੀ ਜ਼ਿਆਦਾ ਦੇਰ ਨਹੀਂ ਰਹਿੰਦੀ ਤੇ ਕੈਦੂ ਉੱਥੇ ਹੀਰ ਦੁਆਰਾ ਲਿਆਈ ਆਪਣੀ ਖਾਨਦਾਨ ਦੀ ਬਦਨਾਮੀ ਦਾ ਬਦਲਾ ਲੈਣ ਦਾ ਸੋਚਦਾ ਹੋਏ ਪਿੰਡ ਵਾਲਿਆਂ ਨੂੰ ਹੀਰ ਤੇ ਰਾਂਝੇ ਦੇ ਮਿਲਾਪ ਖਿਲਾਫ ਭੜਕਾਉਂਦਾ ਹੈ। ਕੈਦੂ ਚੂਚਕ ਨੂੰ ਦੱਸਦਾ ਹੈ ਕਿ ਜੋ ਪਰਿਵਾਰ ਤੇ ਖੇ ਹੀਰ ਨੇ ਪਾਈ ਹੈ ਉਹਦੀ ਸਜ਼ਾ ਸਿਰਫ ਮੌਤ ਹੈ। ਅਗਲੀ ਹੀ ਸਵੇਰ ਕੈਦੂ ਹੀਰ ਨੂੰ ਰਾਂਝੇ ਦੇ ਮਾਰੇ ਜਾਣ ਦੀ ਝੂਠੀ ਖਬਰ ਦਿੰਦਾ ਹੈ। ਇਹ ਸੁਣ ਹੀਰ ਬੇਹੋਸ਼ ਹੋ ਜਾਂਦੀ ਹੈ। ਆਪਣੀ ਯੋਜਨਾ ਅਨੁਸਾਰ ਹੀਰ ਨੂੰ ਹੋਸ਼ ਆਉਣ ਤੇ ਜ਼ਹਿਰ ਵਾਲਾ ਸ਼ਰਬਤ ਪਿਲਾ ਦਿੰਦਾ ਹੈ ਤੇ ਉਹ ਮਰਦੀ ਵੀ ਰਾਂਝੇ ਦੀ ਆਖਰੀ ਝਲਕ ਵੇਖਣ ਨੂੰ ਤਰਸ ਜਾਂਦੀ ਹੈ।
ਅਗਲੇ ਹੀ ਦਿਨ ਸਿਆਲ ਤੋਂ ਇੱਕ ਖਬਰੀ ਵੱਲੋਂ ਰਾਂਝੇ ਨੂੰ ਹੀਰ ਦੇ ਮਰਨ ਦੀ ਖਬਰ ਸੁਣਾਈ ਜਾਂਦੀ ਹੈ। ਖਬਰ ਸੁਣਦੇ ਹੀ ਰਾਂਝੇ ਦੇ ਹੱਥ ਪੈਰ ਠੰਡੇ ਪੈ ਜਾਂਦੇ ਨੇ ਤੇ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਅਲੱਗ-ਅਲੱਗ ਪਾਤਰਾਂ ਵੱਲੋਂ ਹੀਰ ਰਾਂਝੇ ਦੀ ਇਸ ਅਮਰ ਪ੍ਰੇਮ ਕਹਾਣੀ ਦਾ ਅੰਤ ਅਲੱਗ-ਅਲੱਗ ਤਰੀਕਿਆਂ 'ਚ ਦੱਸਿਆ ਗਿਆ, ਪਰ ਜ਼ਿਆਦਾਤਰ ਕਿੱਸਿਆਂ ਵਿੱਚ ਇਸ਼ਕ ਦੀ ਮਿਸਾਲ ਬਣੇ ਹੀਰ ਰਾਂਝੇ ਦਾ ਪਿਆਰ ਸਿਰੇ ਨਹੀਂ ਚੜ੍ਹ ਪਾਇਆ। ਇਸ ਜੋੜੇ ਦਾ ਮੇਲ ਵੀ ਜੱਗ ਦੇ ਅਨੇਕਾਂ ਕਿੱਸਿਆਂ ਵਾਂਗ ਸਵਰਗਾਂ ਵਿੱਚ ਹੀ ਹੋਇਆ। ਇਹਦੇ ਨਾਲ ਹੀ ਅਸੀਂ ਅੰਤ ਕਰਦੇ ਹਾਂ ਇੱਕ ਹੋਰ ਲੋਕ ਕਥਾ ਦਾ, ਜਿਹਨੇ ਕਿ ਸਾਨੂੰ ਪਿਆਰ ਦਾ ਅਸਲੀ ਮਤਲਬ ਸਿਖਾਇਆ। ਸਤਿ ਸ਼੍ਰੀ ਅਕਾਲ।